ਗਿਆਨ ਦੇ ਸਮੁੰਦਰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਸੋ ਅੱਜ ਅਸੀਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ 24 ਅਵਤਾਰਾਂ ਦੀ ਕਥਾ ਸਾਨੂੰ ਸਮਝਾਉਣ ਵਾਸਤੇ, ਆਪਣੇ ਖਾਲਸੇ ਨੂੰ ਗਿਆਨ ਦੇਣ ਵਾਸਤੇ ਮਹਾਰਾਜ ਜੀ ਨੇ ਕਿ ਸਾਨੂੰ ਦੂਜੇ ਧਰਮਾਂ ਬਾਰੇ ਵੀ ਗਿਆਨ ਹੋਵੇ। ਆਪਣੇ ਧਰਮਾਂ ਦੇ ਬਾਰੇ ਤਾਂ ਗਿਆਨ ਸਭ ਨੂੰ ਹੀ ਹੁੰਦਾ ਹੈ, ਪਰ ਵਿਦਵਾਨ ਉਹੀ ਹੋ ਸਕਦਾ ਜਿਹਨੂੰ ਦੂਜੇ ਧਰਮਾਂ ਬਾਰੇ ਵੀ ਜਾਣਕਾਰੀ ਹੋਵੇ। ਤਾਂ ਮਹਾਰਾਜ ਜੀ ਨੇ ਉਹ ਜੋ ਕਥਾ ਲਿਖੀ 24 ਅਵਤਾਰਾਂ ਦੀ, ਉਹਦੇ ਵਿੱਚੋਂ ਇੱਕ ਅਵਤਾਰ ਹਨ ਸ਼ਿਵ ਅਵਤਾਰ, ਸ਼ਿਵ ਜੀ ਦਾ ਅਵਤਾਰ। ਉਹ ਅਵਤਾਰ ਵਿੱਚ ਕੀ ਲਿਖਿਆ ਉਹਦੇ ਬਾਰੇ ਆਪਾਂ ਅੱਜ ਜਾਣਾਂਗੇ। ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਭਗਵਾਨ ਸ਼ਿਵ ਦਾ ਜਨਮ ਕਿਵੇਂ ਹੋਇਆ ਉਹਦੇ ਬਾਰੇ ਆਪਾਂ ਜਾਣੀਏ। ਸ਼ਿਵ ਪੁਰਾਣ ਦੇ ਵਿੱਚ, ਵਿਸ਼ਨੂੰ ਪੁਰਾਣ ਦੇ ਵਿੱਚ ਕੀ ਕੀ ਲਿਖਿਆ ਹੈ। ਹੁਣ ਸ਼ਿਵ ਪੁਰਾਣ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਕਿ ਸ਼ਿਵ ਜੀ ਤੋਂ ਭਾਵ ਹੈ ਸਵੈੰਭੂ, ਆਪਣੇ ਆਪ ਤੋਂ ਪ੍ਰਕਾਸ਼। ਸਵੈੰਭੂ ਭਾਵ ਕਿ ਆਪਣੇ ਆਪ ਤੋਂ ਜਿਹੜੀ ਪ੍ਰਕਾਸ਼ਮਾਨ ਹੁੰਦੀ ਸ਼ਕਤੀ ਆ, ਉਹਨੂੰ ਸ਼ਿਵ ਕਹਿੰਦੇ ਆ। ਕਿ ਇਹਨਾਂ ਦੇ ਕੋਈ ਮਾਤਾ ਪਿਤਾ ਨਹੀਂ ਹਨ, ਇਹ ਆਪਣੇ ਆਪ ਤੋਂ ਹੀ ਬਣੇ ਹੋਏ ਆ। ਹੁਣ ਸ਼ਿਵ ਪੁਰਾਣ ਤਾਂ ਇਹ ਕਹਿੰਦਾ ਹੈ, ਪਰ ਵਿਸ਼ਨੂੰ ਪੁਰਾਣ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਕੋਈ ਗੱਲ ਹੋਰ ਲਿਖੀ ਹੋਈ ਆ। ਹੁਣ ਸ਼ਿਵ ਪੁਰਾਣ ਦੇ ਵਿੱਚ ਹੈ ਕਿ ਸ਼ਿਵ ਜੀ ਜਿਹੜੇ ਆ ਰੁਦਰ ਅਵਤਾਰ, ਇਹ 5 ਤੱਤਾਂ ਤੋਂ ਪਰੇ ਆ। ਜਿਵੇਂ ਕਿ ਆਮ ਮਨੁੱਖ 5 ਤੱਤਾਂ ਦੇ ਬਣੇ ਹੁੰਦੇ ਆ, ਇਹ 5 ਤੱਤਾਂ ਦੇ ਨਹੀਂ ਬਣੇ। ਨਾ ਇਹਨਾਂ ਦੇ ਮਾਤਾ ਹਨ, ਨਾ ਪਿਤਾ ਹਨ। ਵਿਸ਼ਨੂੰ ਪੁਰਾਣ ਦੇ ਵਿੱਚ ਲਿਖਿਆ ਹੈ ਕਿ ਵਿਸ਼ਨੂੰ ਜੀ ਦੇ ਹੀ ਪ੍ਰਕਾਸ਼ ਤੋਂ, ਤੇਜ ਤੋਂ ਇਹਨਾਂ ਦਾ ਪ੍ਰਕਾਸ਼ ਹੋਇਆ ਸ਼ਿਵ ਦਾ ਅੱਗੇ। ਇਹ ਵਿਸ਼ਨੂੰ ਦੇ ਅਵਤਾਰ ਆ। ਵਿਸ਼ਨੂੰ ਪੁਰਾਣ ਦੇ ਵਿੱਚ ਲਿਖਿਆ ਵੀ ਵਿਸ਼ਨੂੰ ਜੀ ਦੇ ਮੱਥੇ 'ਚੋਂ ਕੋਈ ਸ਼ਕਤੀ ਨਿਕਲੀ ਆ ਅਤੇ ਉਹਦੇ ਨਾਲ ਸ਼ਿਵ ਜੀ ਭਗਵਾਨ ਦਾ ਜਨਮ ਹੋਇਆ, ਅਵਤਾਰ ਹੋਇਆ, ਇਹ ਦੇਵਤੇ ਹੋਏ ਅੱਗੇ। ਅਤੇ ਇਹ ਵੀ ਕਿਹਾ ਜਾਂਦਾ ਉਹਨਾਂ ਦੀ ਨਾਭੀ, ਧੁੰਨੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਨਾਭੀ ਦੇ ਵਿੱਚੋਂ ਬ੍ਰਹਮਾ ਜੀ ਦਾ ਜਨਮ ਹੋਇਆ। ਤਾਂ ਇਹ ਜਿਹੜਾ ਸ਼ਿਵ ਪੁਰਾਣ ਆ, ਉਹਦੇ ਵਿੱਚ ਕੁਝ ਹੋਰ ਚੀਜ਼ਾਂ ਲਿਖੀਆਂ ਹੋਈਆਂ ਨੇ। ਵਿਸ਼ਨੂੰ ਪੁਰਾਣ ਦੇ ਵਿੱਚ ਕੁਝ ਹੋਰ ਤਰ੍ਹਾਂ ਲਿਖਿਆ ਹੋਇਆ ਹੈ। ਸ਼ਿਵ ਪੁਰਾਣ ਦੇ ਵਿੱਚ ਲਿਖਿਆ ਕਿ ਸ਼ਿਵ ਜੀ ਮਹਾਕਾਲ, ਜਿਹੜੇ ਮਹਾਦੇਵ ਆ, ਇਹ ਕੀ ਹਨ ਅਸਲ ਦੇ ਵਿੱਚ, ਕਿ ਇਹਨਾਂ ਨੂੰ ਮੌਤ ਦਾ ਡਰ ਨਹੀਂ ਹੈਗਾ, ਕਿਉਂਕਿ 5 ਤੱਤਾਂ ਤੋਂ ਪਰੇ ਆ। ਨਾ ਇਹਨਾਂ ਦੇ ਮਾਤਾ ਵਾ, ਨਾ ਇਹਨਾਂ ਦੇ ਪਿਤਾ, ਨਾ ਇਹਨਾਂ ਦਾ ਜਨਮ ਹੋਇਆ। ਜਿਹਦਾ ਜਨਮ ਹੋਇਆ ਹੀ ਨਹੀਂ, ਉਹਨੂੰ ਮਰਨ ਦਾ ਕੀ ਡਰ ਆ। ਤਾਂ ਇਵੇਂ ਗਥਾਵਾਂ ਲਿਖੀਆਂ ਹੋਈਆਂ ਨੇ। ਆਪਾਂ ਹੁਣ ਕਲਗੀਧਰ ਮਹਾਰਾਜ ਜੀ ਕੀ ਕਹਿੰਦੇ ਆ, 10ਵੇਂ ਪਾਤਸ਼ਾਹ ਜੀ, ਆਪਾਂ ਉਹਦੇ ਬਾਰੇ ਹੀ ਆਪਾਂ ਜਾਣਾਂਗੇ। ਹੁਣ ਸ਼ਿਵ ਪੁਰਾਣ ਅਤੇ ਵਿਸ਼ਨੂੰ ਪੁਰਾਣ ਆਪਸ ਵਿੱਚ ਮੇਲ ਨਹੀਂ ਖਾਂਦੇ ਹੈਗੇ। ਇਹਨਾਂ ਦੋਨਾਂ ਗ੍ਰੰਥਾਂ ਨੂੰ ਤੁਸੀਂ ਪੜ੍ਹੋਗੇ ਤਾਂ ਇਹ ਇੱਕ ਦੂਜੇ ਨਾਲੋਂ ਕਾਫੀ ਅਲੱਗ ਆ। ਇਹਨਾਂ ਵਿੱਚ ਵੀ ਕੁਝ ਭੇਦ ਹਨ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਸ ਤਰ੍ਹਾਂ ਆਖਿਆ, ਜਾਂ ਪੁਰਾਣਕ ਕਥਾ ਵੀ ਆਉਂਦੀ ਆ ਕਿ ਵਿਸ਼ਨੂੰ ਅਤੇ ਬ੍ਰਹਮਾ ਨੇ ਆਪਸ ਵਿੱਚ ਕਿਹਾ ਵੀ ਸਾਡੇ ਵਿੱਚੋਂ ਸ਼ਕਤੀਸ਼ਾਲੀ ਕੌਣ ਆ, ਕੌਣ ਸਾਡੇ ਵਿਚਕਾਰ ਸ਼ਕਤੀਸ਼ਾਲੀ ਆ। ਤਾਂ ਉਦੋਂ ਸ਼ਿਵ ਜੀ ਇੱਕ ਸਤੰਭ ਦੇ ਰੂਪ ਦੇ ਵਿੱਚ ਉਹਨਾਂ ਦੇ ਵਿਚਕਾਰ ਆਏ ਸੀਗੇ, ਖੜੇ ਹੋ ਗਏ ਸੀ ਗੁਰਮੁਖੋ। ਅਤੇ ਉਹ ਇਸ ਤਰ੍ਹਾਂ ਪੁਰਾਣਕ ਕਥਾ ਹੈ ਕਿ ਉਹ ਫਿਰ ਸ਼ਿਵ ਜੀ ਭਗਵਾਨ ਖੰਭੇ ਦੇ ਰੂਪ ਦੇ ਵਿੱਚ ਵਿਚਕਾਰ ਆਉਂਦੇ ਆ। ਉਹ ਦੋਨੋਂ ਲੜਨ ਲੱਗਦੇ ਆ ਜਦੋਂ ਦੇਵਤੇ। ਅਤੇ ਸਤਿਗੁਰ ਦੀ ਬਾਣੀ ਵਿੱਚ ਬਚਨ ਆ, ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਇਹ ਹਉਮੈ ਦੇ ਵਿੱਚ ਕੰਮ ਕਰਦੇ ਆ ਜ਼ਿਆਦਾ ਕਰਕੇ, ਵੀ ਇਹਨਾਂ 'ਚ ਹਉਮੈ ਬਹੁਤ ਹੋ ਜਾਂਦੀ ਆ, ਦੇਵਤਿਆਂ ਵਿੱਚ ਵੀ ਹੋ ਜਾਂਦੀ ਆ। ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆ, ਤੁਸੀਂ ਪੜ੍ਹ ਸਕਦੇ ਹੋ। ਤਾਂ ਫਿਰ ਜਦੋਂ ਲੜਨ ਲੱਗੇ ਆਪਸ ਵਿੱਚ, ਮਹਾਦੇਵ ਜੀ ਪ੍ਰਗਟ ਹੋ ਜਾਂਦੇ ਆ। ਪ੍ਰਗਟ ਹੋਣ ਤੋਂ ਪਹਿਲਾਂ ਇਹ ਵੀ ਸ਼ਰਤ ਮੰਨੀ ਜਾਂਦੀ ਆ, ਕਹੀ ਜਾਂਦੀ ਆ ਕਿ ਉਹ ਕਹਿੰਦੇ ਵੀ ਤੁਸੀਂ ਮੇਰੇ ਖੰਭੇ ਦਾ ਸਿਰਾ ਲੱਭ ਕੇ ਦਿਖਾਓ, ਜਿਹੜਾ ਲੱਭੂਗਾ ਅਤੇ ਉਹਨੂੰ ਮੈਂ ਮੰਨ ਲੂੰਗਾ ਵੀ ਉਹ ਸ਼ਕਤੀਸ਼ਾਲੀ ਆ। ਬ੍ਰਹਮਾ ਨੇ ਪੰਛੀ ਦਾ ਰੂਪ ਧਾਰਿਆ, ਵਿਸ਼ਨੂੰ ਜੀ ਨੇ ਵੈਰਾਹ ਦਾ ਰੂਪ ਧਾਰਨ ਕੀਤਾ। ਜਦੋਂ ਅੰਤ ਲੱਭਣ ਲੱਗੇ, ਉਹ ਖੰਭੇ ਦਾ ਲੱਭਿਆ ਹੀ ਨਹੀਂ। ਫਿਰ ਉਹਦੇ ਵਿੱਚੋਂ ਸ਼ਿਵ ਜੀ ਭਗਵਾਨ ਪ੍ਰਗਟ ਹੋ ਕੇ ਉਹ ਦਰਸ਼ਨ ਦਿੰਦੇ ਆ। ਇਹ ਮੰਨ ਲੈਂਦੇ ਆ ਵੀ ਤੁਸੀਂ ਹੀ ਸ਼ਕਤੀਸ਼ਾਲੀ ਹੋ ਸਾਡੇ ਤੋਂ, ਇਹਦਾ ਆਦ ਅੰਤ ਨਾ ਲੱਭਿਆ ਜਾ ਸਕੇ, ਸਿਰਾ ਹੀ ਨਾ ਲੱਭਿਆ ਜਾ ਸਕੇ, ਮੋਢੀ ਨਾ ਲੱਭਿਆ ਜਾ ਸਕੇ, ਉਹ ਸ਼ਕਤੀਸ਼ਾਲੀ ਹੁੰਦਾ ਨਾ। ਤਾਂ ਇਸ ਤਰ੍ਹਾਂ ਵੀ ਇਹ ਪੁਰਾਣਾਂ ਦੀ ਜਿਹੜੀ ਕਥਾ ਹੈ ਲਿਖੀ ਹੋਈ ਆ। ਆਓ ਜੀ ਹੁਣ ਆਪਾਂ 10ਵੇਂ ਗ੍ਰੰਥ ਵਿੱਚੋਂ ਸਰਵਣ ਕਰਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। 11ਵੇਂ ਅਵਤਾਰ ਸ਼ਿਵ ਜੀ ਅਵਤਾਰ। ਟੋਟਕ ਛੰਦ।
ਸਭ ਹੀ ਜਨ ਧਰਮ ਕੇ ਕਰਮ ਲਗੇ, ਤਜ ਜੋ ਕੀ ਰੀਤ ਕੀ ਪ੍ਰੀਤ ਭੱਗੇ। ਸਾਰੇ ਪੁਰਖ ਧਰਮਾਂ ਦੇ ਕੰਮ ਵਿੱਚ ਲੱਗ ਗਏ, ਜੋਗ ਦੀ ਰੀਤੀ ਨੂੰ ਛੱਡ ਕੇ ਪ੍ਰੀਤੀ 'ਚ ਭੱਜ ਗਏ ਆ, ਬਹੁਤ ਪ੍ਰੀਤੀ ਵਿੱਚ ਭਿੱਜ ਗਏ ਆ। ਧਰਮ ਚੱਲ ਪਿਆ, ਜੀਵ ਵੱਧ ਗਿਆ। ਜਗਤ ਦੇ ਜੀਵਾਂ ਦੇ ਨਾਲ ਮੈਲੇ ਮੈਲੇ ਕਰਮ ਕਰਕੇ ਧਰਤੀ ਜਿਹੜੀ ਭਾਰ ਨਾਲ ਦੱਬੀ ਗਈ ਆ। ਮਹਾਰਾਜ ਕਹਿੰਦੇ ਦੁੱਖ ਆਕਲ ਜਾਤ ਨਹੀਂ ਵਰਣੀ। ਦੁੱਖਾਂ ਨਾਲ ਇੰਨੀ ਜ਼ਿਆਦਾ ਧਰਤੀ ਪਾਪਾਂ ਦੇ ਨਾਲ ਦੱਬ ਗਈ ਆ। ਧਰਤੀ ਗਾਂ ਦਾ ਰੂਪ ਧਾਰ ਕੇ ਸਮੁੰਦਰ 'ਚ ਗਈ ਆ। ਜਗ ਨਾਇਕ ਪੈ ਦੁੱਖ ਰੋਤ ਪਈ। ਉੱਥੇ ਰੱਬ ਦੇ ਅੱਗੇ ਫਰਿਆਦ ਕਰਦੀ ਆ। ਜਦੋਂ ਕਾਲ ਜੀ ਨੇ ਧਰਤੀ ਦੇ ਦੁੱਖ ਕੰਨਾਂ ਨਾਲ ਸੁਣੇ ਆ, ਦੁੱਖ ਸਰੌਨ ਭੂਮ ਸੁਣਿਓ ਜਬ ਹੀ, ਹਸ ਕਾਲ ਪ੍ਰਸੰਨ ਭਏ ਤਬ ਹੀ। ਫਿਰ ਉਹਨਾਂ ਨੇ ਖੁਸ਼ ਹੋ ਕੇ ਕਿਹਾ, ਕੋਈ ਗੱਲ ਨਹੀਂ, ਫਿਕਰ ਨਾ ਕਰੋ, ਮੈਂ ਤੁਹਾਡਾ ਦੁੱਖ ਦਰਦ ਸਮਝਦਾ, ਇਹਨੂੰ ਜਲਦੀ ਹੀ ਦੂਰ ਕਰਾਂਗਾ। ਵਿਸ਼ਨੂੰ ਨੂੰ ਆਪਣੇ ਕੋਲ ਬੁਲਾਇਆ, ਵਿਸ਼ਨੂੰ ਦੇਵਤੇ ਨੂੰ, ਤੇ ਕਿਹਾ, ਹੇ ਵਿਸ਼ਨੂੰ, ਤੂੰ ਹੁਣ ਸੋ ਕਹਿਓ ਤੁਮ ਰੁਦਰ ਸਰੂਪ ਧਰੋ। ਤੁਸੀਂ ਸ਼ਿਵ ਦਾ ਰੂਪ ਧਾਰਨ ਕਰ ਲਓ, ਰੁਦਰ ਦਾ। ਮਾੜੇ ਪਾਪੀ ਬੰਦਿਆਂ ਦਾ ਜਾ ਕੇ ਨਾਸ਼ ਕਰੋ। ਉਦੋਂ ਹੀ ਫਿਰ ਉਹਨਾਂ ਨੇ ਰੁਦਰ ਭਾਵ ਸ਼ਿਵ ਜੀ ਦਾ ਰੂਪ ਜਿਹੜਾ ਸੀ ਧਾਰਨ ਕਰ ਲਿਆ। ਤਬ ਹੀ ਤੇ ਰੁਦਰ ਸਰੂਪ ਧਰਿਓ। ਹੁਣ ਗਿਆਨੀ ਨਰੈਣ ਸਿੰਘ ਜੀ ਇਹ ਅਰਥ ਕਰਦੇ ਆ ਇਹਨਾਂ ਦੇ ਵੀ ਰੁਦਰ ਅਵਤਾਰ ਜਿਹੜੇ ਆ, ਪੰਡਿਤ ਨਰੈਣ ਸਿੰਘ ਜੀ ਵਿਦਵਾਨ ਆ, ਪੜ੍ਹੇ ਲਿਖੇ, ਉਹਨੂੰ ਹੀ ਸ਼ਿਵ ਜੀ ਦਾ ਅਵਤਾਰ ਕਿਹਾ ਜਾਂਦਾ ਹੈ। ਰੁਦਰ ਹੀ ਸ਼ਿਵ ਜੀ ਹਨ, ਸ਼ਿਵ ਜੀ ਹੀ ਰੁਦਰ ਹਨ। ਇਹ ਇੱਕੋ ਹੀ ਆ ਨਾਮ, ਜਿਵੇਂ ਇੱਕ ਚੀਜ਼ ਦੇ ਕਈ ਨਾਮ ਹੁੰਦੇ ਆ, ਉਸ ਤਰ੍ਹਾਂ ਹੀ ਇਹਨੂੰ ਸਮਝਣਾ ਹੈ। ਤਾਂ ਕਰਕੇ ਤੁਸੀਂ ਇਹ ਸਰੂਪ ਧਾਰਨ ਕਰੋ, ਜਗਤ ਦੇ ਜੀਵਾਂ ਨੂੰ ਨਾਸ਼ ਕਰਕੇ ਤੇ ਫਿਰ ਸਭ ਕੁਝ ਠੀਕ ਕਰ ਦਿਓ। ਹੁਣ ਉਹ ਮੈਂ ਕਥਾ ਕਹਿੰਦਾ, ਮਹਾਰਾਜ ਜੀ ਕਹਿੰਦੇ ਵੀ ਜਦੋਂ ਸ਼ਿਵ ਜੀ ਨੇ ਜਿਸ ਤਰ੍ਹਾਂ ਜੰਗ ਕੀਤੇ ਸੀ, ਗਨ ਹੋ ਜੇ ਭਾਂਤ ਬਰੀ ਗਿਰਜਾ, ਜਗਜੀਤ ਸਵੰਬਰ ਸੋ ਸੁਪ੍ਰਭਾ। ਫਿਰ ਮਹਾਰਾਜ ਜੀ ਕਹਿੰਦੇ ਅੱਗੇ ਦੱਸਾਂਗੇ ਵੀ ਸ਼ਿਵ ਜੀ ਨੇ ਕਿਸ ਤਰ੍ਹਾਂ ਸਾਧੂ ਸੰਤਾਂ ਨੂੰ ਸੁੱਖ ਦਿੱਤੇ ਸੀਗੇ। ਹੁਣ ਜਿਵੇਂ ਅੰਧਕ ਸੋ ਹਰ ਯੁੱਧ ਕਰਿਓ, ਜਿਵੇਂ ਅੰਧਕ ਦੈਂਤ ਨਾਲ ਸ਼ਿਵ ਜੀ ਨੇ ਯੁੱਧ ਕੀਤਾ ਸੀਗਾ, ਉਹ ਸਾਰੀ ਵਾਰਤਾ ਕਿਵੇਂ ਹੋਈ ਆ, ਕਿਸ ਤਰ੍ਹਾਂ ਦਲਾਂ ਨੂੰ ਜਿੱਤ ਲਿਆ ਸੀਗਾ। ਜਬ ਹੋਤ ਧਰਨ ਭਾਰਾ ਕਰਾਂਤ, ਜਦੋਂ ਵੀ ਧਰਤੀ ਕਦੇ ਗੁਰਮੁਖੋ ਪਾਪਾਂ ਨਾਲ ਦੱਬੀ ਜਾਂਦੀ ਆ ਨਾ, ਚੇਤੇ ਰੱਖਿਓ, ਧਰਤੀ ਵੀ ਪੁਕਾਰਾਂ ਕਰਦੀ ਆ। ਦੁਖੀ ਕੇਵਲ ਬੰਦਾ ਹੀ ਨਹੀਂ ਹੁੰਦਾ, ਦੁਖੀ ਧਰਤੀ ਵੀ ਹੁੰਦੀ ਆ। ਜਦੋਂ ਧਰਤੀ ਨੇ ਰੋ ਰੋ ਕੇ ਪੁਕਾਰ ਕੀਤੀ ਆ, ਫਿਰ ਵਿਸ਼ਨੂੰ ਜੀ ਨੇ ਸ਼ਿਵ ਜੀ ਦਾ ਅਵਤਾਰ ਧਾਰਨ ਕੀਤਾ ਹੈ। 10ਵੇਂ ਪਾਤਸ਼ਾਹ ਜੀ ਇਹ ਮੰਨਦੇ ਆ, ਕਲਗੀਧਰ ਜੀ, ਕਿਉਂਕਿ ਮੈਂ ਪਹਿਲਾਂ ਵੀ ਉਹ ਗ੍ਰੰਥਾਂ ਬਾਰੇ ਕਹਿਤਾ ਆਪ ਜੀ ਨੂੰ ਕਿ ਉਹਨਾਂ ਵਿੱਚ ਕੁਝ ਹੋਰ ਤਰ੍ਹਾਂ ਲਿਖਿਆ ਹੋਇਆ। ਆਪਾਂ ਗੁਰੂ ਸਾਹਿਬ ਜੀ ਨੇ ਜੋ ਕਿਹਾ ਉਹਨੂੰ ਸੱਤ ਸੱਤ ਕਰਕੇ ਜਾਣਨਾ ਹੈ। ਸੋ ਗੁਰੂ ਪਿਆਰਿਓ, ਅਸੀਂ ਵੇਖਦੇ ਹਾਂ ਵਿਸ਼ਨੂੰ ਦੀ ਹੀ ਰੁਦਰ ਅਵਤਾਰ ਹਨ, ਸ਼ਿਵ ਜੀ ਦਾ ਅਵਤਾਰ ਹਨ। ਵਿਸ਼ਨੂੰ ਜੀ ਨੇ ਹੀ ਇਹ ਸ਼ਿਵ ਜੀ ਦਾ ਅਵਤਾਰ ਧਾਰਨ ਕੀਤਾ ਸੀਗਾ। ਫਿਰ ਉਹ ਰੁਦਰ ਸਾਰੇ ਦਾਨਵਾਂ ਦਾ, ਮਹਾਰਾਜ ਕਹਿੰਦੇ, ਤਬ ਕਰਤ ਸਕਲ ਦਾਨਵ ਸੰਘਾਰ, ਇਹਨਾਂ ਦਾ ਨਾਸ਼ ਕਰਦਾ ਹੈ। ਦੈਂਤਾਂ ਦੇ ਪੁੱਤਰਾਂ ਦੀ ਪਰਲੋ ਕਰਕੇ ਸੰਤਾਂ ਨੂੰ ਬਚਾਉਂਦਾ ਹੈ। ਇਸ ਤਰ੍ਹਾਂ ਸਾਰੇ ਦੁਸ਼ਟਾਂ ਦਾ ਨਾਸ਼ ਕਰਕੇ ਭਗਵਾਨ ਦੇ ਹਿਰਦੇ ਵਿੱਚ ਫਿਰ ਨਿਵਾਸ ਕਰ ਜਾਂਦੇ ਆ ਸ਼ਿਵ ਜੀ। ਹੁਣ ਕਲਗੀਧਰ ਜੀ ਮਹਾਰਾਜ ਕਹਿੰਦੇ ਆ ਵੀ ਇੱਕ ਦੈਂਤ ਹੋਇਆ ਤ੍ਰੈਪੁਰ ਨਾਮ ਦਾ, ਤਿੰਨਾਂ ਪੁਰਾਂ ਵਿੱਚ ਉਹਦਾ ਪੂਰਾ ਜ਼ੋਰ ਸੀਗਾ। 14 ਲੋਕਾਂ ਨੂੰ ਉਹਨੇ ਜਿੱਤ ਲਿਆ। ਜਿਨ ਲੋਕ ਚਤੁਰਦਸ ਜੀਤ ਲਿਓ, ਉਹਨੇ ਬਹੁਤ ਲੋਕਾਂ ਨੂੰ ਪਰੇਸ਼ਾਨ ਕੀਤਾ, ਸੰਤਾਂ ਨੂੰ ਦੁੱਖ ਦਿੱਤੇ ਆ, ਮਹਾਂਪੁਰਖਾਂ ਨੂੰ। ਬਹੁਤ ਬਲੀ ਦੈਂਤ ਸੀਗਾ ਤੇ ਉਹਦਾ ਹੀ ਉਹਨੂੰ ਮਾਰਨ ਵਾਸਤੇ ਸ਼ਿਵ ਜੀ ਨੇ ਧਾਵਾ ਕਰਕੇ ਮਹਾਂਪੁਰਖਾਂ ਨੂੰ ਸੁੱਖ ਦਿੱਤੇ ਆ। ਸ਼ਿਵ ਧਾਏ ਚਲਿਓ ਤੇ ਮਾਰਨ ਕੋ, ਜਗ ਕੇ ਸਭ ਜੀਵ ਉਦਾਹਰਣ ਕੋ। ਤੇ ਕ੍ਰੋਧ ਕਰਕੇ ਬਹੁਤ ਚਮਕ ਵਾਲਾ ਤੀਰ ਛੱਡਿਆ ਹੈ, ਇਸ ਕਰਕੇ ਇੱਕੋ ਵਾਰ 'ਚ ਉਹਨਾਂ ਤਿੰਨਾਂ ਪੁਰੀਆਂ ਦਾ ਨਾਸ ਕਰਤਾ। ਸਾਧੂ ਸੰਤਾਂ ਨੂੰ ਜਦੋਂ ਸੁੱਖ ਮਿਲਿਆ ਤੇ ਉਦੋਂ ਫਿਰ ਉਹਨਾਂ ਨੇ ਖੁਸ਼ੀ ਮਨਾਈ ਆ। ਫੁੱਲਾਂ ਦਾ ਮੀਂਹ ਅਸਮਾਨ ਤੋਂ, ਆਕਾਸ਼ ਤੋਂ ਵਰਾਇਆ, ਸੁਮਨੰਗ ਬਰਖਾ ਨਭ ਤੇ ਬਰਖੇ, ਜੈਦੈਕਾਰ ਹੋ ਗਈ।
ਜੈ ਜੈਕਾਰ ਸ਼ਿਵ ਜੀ ਭਗਵਾਨ ਦੀ ਹੋਈ ਕਿ ਜਿਨ੍ਹਾਂ ਨੇ ਸਾਨੂੰ ਭਾਈ ਬਚਾ ਲਿਆ। ਮਹਾਰਾਜ ਜੰਗਾਂ ਦੀ ਕਥਾ ਇਸ ਕਰਕੇ ਹੀ ਕਹਿੰਦੇ ਹੁੰਦੇ ਸੀ ਦਸਮ ਗ੍ਰੰਥ ਵਿੱਚ, ਇਹਦਾ ਮਨੋਰਥ ਇਹ ਆ ਵੀ ਖਾਲਸੇ ਦੇ ਵਿੱਚ ਵੀਰ ਰਸ ਪ੍ਰਗਟ ਕਰਨ। ਇਹ ਸਾਰੀ ਗਾਥਾ ਤਾਂ ਹੀ ਆ। ਤੇ ਜੈ ਜੈਕਾਰ ਦੀ ਜਿਹੜੀ ਆਵਾਜ਼ ਗੂੰਜ ਉੱਠੀ ਆ, ਹੇਮ ਪਰਬਤ ਹਿੱਲ ਗਿਆ, ਧਰਤੀ ਕੰਬ ਗਈ, ਕਈ ਦਿਨ ਜਦੋਂ ਬੀਤ ਗਏ ਆ, ਅੰਧਕ ਨਾਮ ਦਾ ਦੈਂਤ ਹੋ ਗਿਆ ਦੂਜਾ। ਉਦੋਂ ਬੈਲ ਤੇ ਨੰਦੀ ਤੇ ਚੜ੍ਹ ਕੇ ਤਰਸ਼ੂਲ ਫੜ ਕੇ ਸ਼ਿਵ ਜੀ ਭਗਵਾਨ ਨੇ ਤੇ ਉਹਦੇ ਨਾਲ ਮੁਕਾਬਲਾ ਕੀਤਾ ਤੇ ਮਹਾਂਪੁਰਖਾਂ ਨੂੰ, ਸਾਧੂ ਸੰਤਾਂ ਨੂੰ ਸੁੱਖ ਦਿੱਤੇ ਆ ਜੀ। ਗੁਰਮੁਖੋ, ਇਵੇਂ ਸ਼ਿਵ ਜੀ ਭਗਵਾਨ ਦੇ ਜਨਮ ਬਾਰੇ ਬਹੁਤ ਚੀਜ਼ਾਂ ਜਿਹੜੀਆਂ ਹਨ ਉਹ ਕਹੀਆਂ ਗਈਆਂ ਤੇ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਇਹਨਾਂ ਨੂੰ ਵਿਸ਼ਨੂੰ ਦਾ ਹੀ ਅਵਤਾਰ ਮੰਨਿਆ ਹੈ। ਹੁਣ ਜਦੋਂ ਵੀ ਮਹਾਰਾਜ ਜੀ ਕਹਿੰਦੇ ਕਿਸੇ ਵੀ ਦੇਵਤੇ ਨੂੰ ਕੋਈ ਦੁਖੀ ਕਰਦਾ ਨਾ, ਗਣ ਗੰਧਰਵ ਜਚ ਸਭੈ ਉਰਗੰ, ਸਾਰੇ ਇਕੱਠੇ ਹੋ ਕੇ ਇਹ ਰੁਦਰ ਜੀ ਕੋਲ ਚਲੇ ਜਾਂਦੇ ਆ, ਭੋਲੇਨਾਥ ਜੀ ਕੋਲ ਚਲੇ ਜਾਂਦੇ ਆ ਤੇ ਕਹਿੰਦੇ ਸਾਡੀ ਮਦਦ ਕਰੋ ਜੀ ਸਾਡੀ। ਉਦੋਂ ਫਿਰ 10ਵੇਂ ਪਾਤਸ਼ਾਹ ਜੀ ਕਹਿੰਦੇ ਇਹ ਸ਼ਿਵ ਜੀ ਅੱਗੇ ਆਉਂਦੇ ਆ ਤੇ ਉਹ ਫਿਰ ਦੈਂਤਾਂ ਨੂੰ ਮਾਰਦੇ ਆ। ਉਹਨਾਂ ਦੇ ਕੋਲ ਤ੍ਰੈਸ਼ੂਲ, ਤ੍ਰੈ ਮੂਰਤੀ ਉਹਨਾਂ ਦੀ ਜਿਹੜੀ ਬਣੀ ਹੁੰਦੀ ਆ, ਉਹਦੇ ਪਿੱਛੇ ਵੀ ਬੜੇ ਰਾਜ ਆ, ਬੜੇ ਰਹੱਸ ਆ। ਤੇ ਉਹ ਆਪਾਂ ਵੇਖਦੇ ਹਾਂ ਕਿ ਫਿਰ ਸ਼ਿਵ ਜੀ ਭਗਵਾਨ ਜਿਹੜੇ ਆ ਇਹਨਾਂ ਸਾਰੇ ਅੰਧਕ ਵਰਗੇ ਦੈਂਤਾਂ ਨੂੰ ਮਾਰ ਦਿੰਦੇ ਆ। ਫਿਰ ਸੰਤਾਂ ਨੂੰ, ਸਾਧੂਆਂ ਨੂੰ, ਦੇਵਤਿਆਂ ਨੂੰ ਖੁਸ਼ੀ ਦਿੰਦੇ ਆ। ਤਾਂ ਇਹ ਕੁਝ ਗਥਾਵਾਂ ਜਿਹੜੀਆਂ ਪ੍ਰਚਲਿਤ ਹਨ ਉਹ ਆਪਾਂ ਸਾਰੀਆਂ ਹੀ ਉਹਦਾ ਵਰਣਨ ਕਰਾਂਗੇ। ਕਿਹਾ ਜਾਂਦਾ ਇੱਕ ਵਾਰ ਵਿਸ਼ਨੂੰ ਭਗਵਾਨ ਜਦੋਂ ਪਾਣੀਓ ਹੀ ਪਾਣੀ ਸੀਗਾ, ਚਾਰੇ ਪਾਸੇ ਕੁਝ ਨਹੀਂ ਸੀ ਹੋਰ, ਤੇ ਉਦੋਂ ਫਿਰ ਵਿਸ਼ਨੂੰ ਭਗਵਾਨ ਸ਼ੇਸ਼ ਨਾਗ ਦੀ ਸਵਾਰੀ ਕਰ ਰਹੇ ਆ, ਉਹਦੀ ਸੇਜ ਤੇ ਬੈਠ ਕੇ ਤੇ ਪਾਣੀ ਵਿੱਚ ਘੁੰਮ ਰਹੇ ਆ। ਇਤਨੇ ਵਿੱਚ ਬ੍ਰਹਮਾ ਜੀ ਉੱਥੇ ਆਉਂਦੇ ਆ, ਬ੍ਰਹਮ ਗਿਆਨ ਦੀ ਚਰਚਾ ਹੁੰਦੀ ਆ। ਸ਼ਿਵ ਜੀ ਉੱਥੇ ਪ੍ਰਗਟ ਹੁੰਦੇ ਆ। ਬ੍ਰਹਮਾ ਜੀ ਉਹਨਾਂ ਨੂੰ ਮੰਨਣ ਤੋਂ ਮੁਨਕਰ ਹੋ ਜਾਂਦੇ ਆ ਵੀ ਇਹ ਦੇਵਤੇ ਆ, ਕਿਉਂਕਿ ਬ੍ਰਹਮਾ ਜੀ ਨੇ ਮੰਨਣ ਤੋਂ ਇਨਕਾਰ ਹੋ ਗਏ ਨਾ, ਵੀ ਮੁਨਕਰ ਹੋ ਗਏ ਵੀ ਇਹ ਸ਼ਿਵ ਜੀ ਭਗਵਾਨ ਕਹਿੰਦੇ ਮੈਂ ਨਹੀਂ ਜਾਣਦਾ ਕੌਣ ਆ, ਵਾਲੇ ਸਾਹਮਣੇ ਦਰਸ਼ਨ ਦਿੱਤੇ ਸੀਗੇ। ਫਿਰ ਉਦੋਂ ਵਿਸ਼ਨੂੰ ਜੀ ਨੇ ਹੀ ਇਹਨਾਂ ਨੂੰ ਦਿਵ ਦ੍ਰਿਸ਼ਟੀ ਦਿੱਤੀ ਸੀਗੀ ਵੀ ਥੋੜ੍ਹਾ ਜਿਹਾ ਦੇਖੋ ਇਹ ਦ੍ਰਿਸ਼ਟੀ ਨਾਲ। ਫਿਰ ਇਹਨਾਂ ਨੂੰ ਪਤਾ ਲੱਗਾ ਵੀ ਵਾਕਈ ਇਹ ਸ਼ਕਤੀਸ਼ਾਲੀ ਆ, ਵਾਕਈ ਸ਼ਕਤੀਸ਼ਾਲੀ ਹਨ। ਦੇਖੋ 10ਵੇਂ ਪਾਤਸ਼ਾਹ ਜੀ ਕਹਿੰਦੇ ਮੈਂ ਨਾ ਗਣੇਸ਼ੇ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨੈ ਧਿਆਉ, ਕਾਣ ਸੁਣੇ ਪਹਿਚਾਨ ਨਾ 300, ਲਿਵ ਲਾਗੀ ਮੋਰੀ ਭਾਗੇ ਨਸੋ। ਤੇ ਇਹ ਮਹਾਰਾਜ ਜੀ ਕਹਿੰਦੇ ਭਾਈ ਮਹਾਕਾਲ ਰਖਵਾਰ ਹਮਾਰੋ, ਅਸੀਂ ਤਾਂ ਉਹ ਅਕਾਲ ਪੁਰਖ ਨੂੰ ਹੀ ਮੰਨਦੇ ਹਾਂ ਵੀ ਅਸੀਂ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਸ਼੍ਰੀ ਗਣੇਸ਼ ਨਹੀਂ ਉਹਦਾ ਕਰਦੇ। ਜਿਵੇਂ ਹਿੰਦੂ ਵੀਰ, ਸਨਾਤਨ ਵੀਰ ਗਣੇਸ਼ ਦੀ ਪੂਜਾ ਕਰਦੇ ਹਨ। ਮਹਾਰਾਜ ਜੀ ਕਹਿੰਦੇ ਭਾਈ ਸਾਡੀ ਜਿਹੜੀ ਟੇਕ ਆ ਉਹ ਰੱਬ ਤੇ ਹੀ ਹੈ, ਹੋਰ ਕਿਸੇ ਤੇ ਨਹੀਂ ਹੈ। ਤਾਂ ਇਸ ਤਰ੍ਹਾਂ ਮਹਾਰਾਜ ਜੀ ਨੇ ਫਿਰ ਇਹ ਕੌਤਕ ਵਰਤਾਏ। ਦਸਮ ਗ੍ਰੰਥ ਵਿੱਚ 24 ਅਵਤਾਰਾਂ ਦੀ ਕਥਾ ਜਿੱਥੇ ਲਿਖੀ ਆ, ਉੱਥੇ ਸ਼ਿਵ ਜੀ ਭਗਵਾਨ ਦੀ ਕਥਾ ਵੀ ਉਹਨਾਂ ਨੇ ਦਰਜ ਕੀਤੀ ਆ। ਹੁਣ ਕੁਝ ਸਨਾਤਨ ਧਰਮ ਦੇ ਜਿਹੜੇ ਲੋਕ ਆ ਉਹ ਕਹਿੰਦੇ ਆ ਜੋ ਸ਼ਿਵ ਜੀ ਆ ਇਹਨਾਂ ਦਾ ਨਾ ਆਦ ਆ ਨਾ ਅੰਤ ਆ, ਇਹਨਾਂ ਨੂੰ ਭਾਵ ਸ਼ਿਵ ਨੂੰ ਪਰਮੇਸ਼ਰ ਦਾ ਰੂਪ ਹੀ ਮੰਨਦੇ ਆ। ਵੀ ਆਪਾਂ ਅਕਾਲ ਪੁਰਖ ਜੀ ਨੂੰ ਕਹਿੰਦੇ ਆ ਵੀ ਵਾਹਿਗੁਰੂ ਪਰਮੇਸ਼ਰ ਦਾ ਆਦ ਅੰਤ ਨਹੀਂ ਹੈ ਤੇ ਉਹ ਨਾ ਹੀ ਜਨਮ ਮਰਨ ਦੇ ਵਿੱਚ ਹੈ। ਇਸੇ ਤਰ੍ਹਾਂ ਉਹ ਸ਼ਿਵ ਨੂੰ ਵੀ ਮੰਨਦੇ ਆ। ਵੱਡੇ ਪੱਧਰ 'ਤੇ ਇਹਨਾਂ ਦੀ ਪੂਜਾ ਹੋ ਰਹੀ ਆ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਜੰਗਾਂ ਦੇ ਪ੍ਰਸੰਗ ਜੋ ਕਹੇ ਆ ਨਾ, ਉਹਦਾ ਮਨੋਰਥ ਆ ਖਾਲਸੇ 'ਚ ਵੀਰ ਰਸ ਭਰਨਾ, ਵੀਰ ਰਸ ਪਾਉਣਾ, ਖਾਲਸੇ ਵਿੱਚ ਪ੍ਰਗਟ ਕਰਨਾ, ਇਹ ਤਾਂ ਹੀ ਆ। ਤੇ ਵੈਸੇ ਆਪਾਂ ਵੇਖਦੇ ਹਾਂ ਇਹ ਜਿਹੜੇ ਰੁਦਰ ਅਵਤਾਰ ਹੋਏ ਆ, ਸ਼ਿਵ ਜੀ ਅਵਤਾਰ ਹੋਏ ਆ, ਇਹਨਾਂ ਦੇ ਅੱਗੇ 19 ਅਵਤਾਰ ਮੰਨੇ ਜਾਂਦੇ ਆ। ਇਹਨਾਂ ਦੇ ਵੀ ਅੱਗੇ 19 ਅਵਤਾਰ ਆ। ਹੁਣ ਸ਼ਿਵ ਜੀ ਭਗਵਾਨ ਦੇ ਅੱਗੇ 19 ਅਵਤਾਰ ਸ਼ਿਵ ਪੁਰਾਣ ਦੇ ਵਿੱਚ ਹੀ ਲਿਖੇ ਹੋਏ ਆ। ਪਹਿਲਾ ਅਵਤਾਰ ਇਹਨਾਂ ਦਾ ਵੀਰ ਭਦਰ ਅਵਤਾਰ ਆ। ਇਹ ਜਿਹੜੇ ਉਪ ਅਵਤਾਰ ਹੁੰਦੇ ਆ, ਇਹ ਸ਼ਿਵ ਜੀ ਦੀ ਜਿਹੜੀ ਜਟਾ ਵਾ, ਵਾਲ ਆ, ਕੇਸ ਆ, ਉਹਦੇ ਇੱਕ ਜਿਹੜਾ ਵਾਲ ਆ ਉਹਦੇ ਵਿੱਚੋਂ ਪ੍ਰਗਟ ਹੋਏ ਦੱਸੇ ਜਾਂਦੇ ਆ। ਵੀਰ ਭਦਰ ਅਵਤਾਰ ਇਹਨਾਂ ਨੂੰ ਕਿਹਾ ਜਾਂਦਾ, ਬੜੇ ਕ੍ਰੋਧ ਵਾਲੇ ਸੀਗੇ। ਫਿਰ ਅੱਗੇ ਇਹਨਾਂ ਦੇ ਹੋਰ ਵੀ ਅਵਤਾਰ ਜਿਹੜੇ ਮੰਨੇ ਜਾਂਦੇ, ਭੈਰਵ ਅਵਤਾਰ ਇਹ ਇਹਨਾਂ ਦਾ ਸੰਪੂਰਨ ਅਵਤਾਰ ਮੰਨਦੇ ਆ, ਜਿਨ੍ਹਾਂ ਨੇ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਬ੍ਰਹਮਾ ਤੇ ਵਿਸ਼ਨੂੰ ਦੇ ਵਿਚਕਾਰ ਹੋ ਰਹੀ ਜਿਹੜੀ ਲੜਾਈ ਆ ਉਹਦੇ ਵਿਚਕਾਰ ਆ ਕੇ ਇੱਕ ਸ਼ਕਤੀ ਪ੍ਰਗਟ ਕੀਤੀ ਹੈ ਤੇ ਆਪਣਾ ਅੰਤ ਲੱਭਣ ਲਈ ਕਿਹਾ ਸੀਗਾ।
ਉਹ ਜਿਹੜੇ ਅਵਤਾਰ ਆ ਉਹ ਭੈਰਵ ਅਵਤਾਰ ਹੋਏ ਆ। ਸ਼ਿਵ ਜੀ ਦੇ ਅੱਗੇ ਉਪ ਅਵਤਾਰ ਆ। ਇਹ ਉਪ ਅਵਤਾਰਾਂ ਦੀ ਆਪਾਂ ਗੱਲ ਕਰ ਰਹੇ ਹਾਂ। ਪਹਿਲਾਂ ਆਪਾਂ ਕੇਵਲ ਉਹਨਾਂ ਦੇ ਅਵਤਾਰ ਦੀ ਗੱਲ ਕੀਤੀ ਆ। ਫਿਰ ਅੱਗੇ ਜੋ ਸ਼ਿਵ ਪੁਰਾਣ ਦੇ ਅਨੁਸਾਰ ਅਸ਼ਵਧਾਮਾ, ਇਹ ਵੀ ਅਵਤਾਰ ਸ਼ਿਵ ਜੀ ਦੇ ਅਵਤਾਰ ਆ। ਤਾਂ ਇਵੇਂ ਇਹਨਾਂ ਦੀ ਗਿਣਤੀ ਹੋਈ ਜਾਂਦੀ ਆ। ਕੁੱਲ ਗਿਣਤੀ ਇਹਨਾਂ ਦੀ 19 ਹੈ ਜੀ। ਫਿਰ ਨਰਸਿੰਘ ਜਿਹੜਾ ਸੀਗਾ, ਉਦੋਂ ਸ਼ਾਂਤ ਕਰਨ ਵਾਸਤੇ ਨਰਸਿੰਘ ਦੇ ਅਵਤਾਰ ਨੂੰ ਸ਼ਿਵ ਜੀ ਭਗਵਾਨ ਨੇ ਸ਼ਰਭ ਅਵਤਾਰ ਵੀ ਧਾਰਨ ਕੀਤਾ ਹੈ। ਤਾਂ ਇਵੇਂ ਭਾਈਏ ਜਿਹੜੇ ਅਵਤਾਰ ਆ, ਉਪ ਅਵਤਾਰ, ਉਹਨਾਂ ਬਾਰੇ ਵੀ ਜ਼ਿਕਰ ਆਉਂਦੇ ਆ। ਤਾਂ ਬਹੁਤ ਕੁਝ ਹੈ। ਪਰ ਇਹਨਾਂ ਦਾ ਅੱਗੇ ਗ੍ਰਹਿਪਤੀ ਅਵਤਾਰ ਵੀ ਆ, ਜੋ ਨਰਮਦਾ ਨਦੀ ਤੇ ਉਹ ਪਰਿਵਾਰ ਰਹਿੰਦਾ ਸੀ ਇੱਕ, ਉਹਨਾਂ ਦੀ ਮੁਕਤੀ ਕਰਨ ਵਾਸਤੇ ਇਹ ਅਵਤਾਰ ਧਾਰਨ ਕੀਤਾ ਸੀਗਾ। ਹੁਣ ਜੋ ਹਨੂਮਾਨ ਜੀ ਹੋਏ ਆ, ਉਹ ਵੀ ਕਈ ਜਿਹੜੇ ਗ੍ਰੰਥ ਆ ਨਾ, ਕੁਝ ਗ੍ਰੰਥ, ਉਹ ਇਹਨਾਂ ਨੂੰ ਹਨੂਮਾਨ ਜੀ ਨੂੰ ਸ਼ਿਵ ਜੀ ਦਾ ਹੀ ਅਵਤਾਰ ਅੱਗੇ ਉਪ ਅਵਤਾਰ ਜਾਂ ਅਵਤਾਰ ਮੰਨਦੇ ਆ। ਤਾਂ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਵਿੱਚ ਮਤਭੇਦ ਆ, ਮੈਂ ਤੁਹਾਨੂੰ ਦੱਸ ਹੀ ਦਿੱਤਾ। ਸ਼ਿਵ ਪੁਰਾਣ ਕੁਝ ਕਹਿੰਦਾ ਹੈ, ਵਿਸ਼ਨੂੰ ਪੁਰਾਣ ਵਿੱਚ ਹੋਰ ਤਰੀਕੇ ਨਾਲ ਕਥਾ ਲਿਖੀ ਹੋਈ ਆ। ਪਰ ਸਾਨੂੰ ਇਹ ਜਾਣਕਾਰੀ ਚਾਹੀਦੀ ਆ ਵੀ ਕੀ ਕੀ ਲਿਖਿਆ ਹੋਇਆ। ਇਸ ਤਰ੍ਹਾਂ ਜਿਹੜੇ ਪੁਰਾਤਨ ਗ੍ਰੰਥ ਆ, ਉਹਨਾਂ ਬਾਰੇ ਪੜ੍ਹਨਾ ਬਹੁਤ ਜ਼ਰੂਰੀ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸੀਗੇ, ਭਾਈ ਆਪ ਆਪਣੇ ਧਰਮਾਂ ਬਾਰੇ ਜਾਣਕਾਰੀ ਲੈ ਕੇ ਹੋਰਾਂ ਧਰਮਾਂ ਬਾਰੇ ਵੀ ਜਾਣਕਾਰੀ ਰੱਖੋ। ਇਸ ਉਦੇਸ਼ ਦੇ ਮਾਤਰ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਇਹ ਜੋ ਹੋਏ ਹਨ ਅਵਤਾਰ ਜਿੰਨੇ ਵੀ, ਉਹਨਾਂ ਬਾਰੇ ਦੱਸਿਆ ਮਹਾਰਾਜ ਜੀ ਨੇ। ਸਤਿਗੁਰੂ ਮਹਾਰਾਜ ਜੀ ਦਾ ਮਨੋਰਥ ਇਹੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਵੀਰ ਰਸ ਵਿੱਚ ਆਉਣ। ਮਹਾਰਾਜ ਜੀ ਨੇ ਵੀਰ ਰਸ ਭਰਨ ਵਾਸਤੇ ਇਹ ਚੀਜ਼ਾਂ ਸਾਰੀਆਂ ਕੀਤੀਆਂ ਸੀ। ਸੋ ਗੁਰਮੁਖੋ, ਅਸੀਂ ਅੱਜ ਕਿੱਧਰ ਨੂੰ ਜਾ ਰਹੇ ਹਾਂ? ਇਹਨਾਂ ਨੇ ਸਾਡੀ ਖਾਤਰ ਸਾਰਾ ਸਰਬੰਸ ਹੀ ਵਾਰ ਦਿੱਤਾ। ਆਪੋ ਦੇ ਮਹੀਨੇ ਹੁਣ ਚੱਲ ਰਹੇ ਆ ਤੇ ਅਸੀਂ ਕਿੱਧਰ ਨੂੰ ਜਾਈ ਜਾਂਦੇ ਹਾਂ? ਅਸੀਂ ਕੇਸ ਕਤਲ ਕਰਵਾਈ ਜਾਂਦੇ ਹਾਂ। ਸਾਨੂੰ ਬਿਲਕੁਲ ਵੀ ਲੱਜਿਆ ਨਹੀਂ ਆਈ। ਇਸ ਤਰ੍ਹਾਂ ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਤਾਂ ਇਹ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਤੇ ਉਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਜੋ ਵੀ ਲਿਖਿਆ ਹੈ ਅਵਤਾਰਾਂ ਦੀ ਕਥਾ, ਉਹ 24 ਅਵਤਾਰਾਂ ਦੀ ਕਥਾ ਹੈ। ਅੱਜ ਆਪਾਂ ਤੇ ਇਹ ਉਪਦੇਸ਼ ਮਾਤਰ ਸਮਝਣ ਲਈ ਇਹ ਸਾਰੀਆਂ ਚੀਜ਼ਾਂ ਨੂੰ ਦੁਹਰਾ ਰਹੇ ਹਾਂ ਗੁਰੂ ਪਿਆਰਿਓ, ਕਿਉਂਕਿ ਜ਼ਿੰਦਗੀ ਵਿੱਚ ਗੁਰੂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਆ। ਜੇ ਗੁਰੂ ਦਾ ਗਿਆਨ ਨਾ ਹੋਵੇ, ਬੰਦਾ ਤਾਂ ਡੋਲ ਜਾਵੇਗਾ ਜੀ, ਉਹਨੂੰ ਨਹੀਂ ਕੁਝ ਪਤਾ ਲੱਗੇਗਾ। ਤਾਂ ਇਹ ਸ਼ਿਵ ਜੀ ਭਗਵਾਨ ਦੇ, ਕਿਉਂਕਿ ਸਨਾਤਨ ਧਰਮ ਦੇ ਲੋਕਾਂ ਲਈ ਇਹੀ ਭਗਵਾਨ ਆ। ਪਰ ਗੁਰੂ ਗੋਬਿੰਦ ਸਿੰਘ ਜੀ ਚੇਤੇ ਰੱਖਣਾ, ਮਹਾਰਾਜ ਜੀ ਨੇ ਕਿਹਾ, ਮੈਂ ਨਾ ਗਣੇਸ਼ੇ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬ ਹੂੰ ਨੈ ਧਿਆਉ, ਕਾਣ ਸੁਣੇ ਪਹਿਚਾਨ ਨਾ 300, ਲਿਵ ਲਾਗੀ ਮੋਰੀ ਪਗੇਨ ਸੋ। ਤਾਂ ਇਹ ਸਾਰੀਆਂ ਚੀਜ਼ਾਂ ਜੋ ਵੀ ਆਪਾਂ ਸਮਝਦੇ ਹਾਂ ਨਾ ਗੁਰਮੁਖੋ, ਤੇ ਕਈ ਚੀਜ਼ਾਂ ਤਾਂ ਐਵੇਂ ਆ ਵੀ ਸਾਨੂੰ ਪਤਾ, ਜਾਣਤ ਹੀ ਔਗਣ ਕਰੇ ਮਨ ਜਾਣੇ ਸਭ ਬਾਤ। ਮਨ ਸਾਰੀਆਂ ਗੱਲਾਂ ਸਮਝਦਾ ਵੀ ਕੀ ਮਾੜਾ ਕੀ ਚੰਗਾ, ਪਰ ਫਿਰ ਵੀ ਆਪਾਂ ਕਈ ਵਾਰੀ ਕਰਦੇ ਹਾਂ ਕਿਉਂਕਿ ਆਦਤ ਤੋਂ ਅਸੀਂ ਮਜਬੂਰ ਹਾਂ। ਤਾਂ ਭਾਈ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਇਹ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋ ਮਹਾਰਾਜ ਜੀ ਵੀ ਸ਼ਿਵ ਜੀ ਨੂੰ ਇੱਕ ਵਿਸ਼ਨੂੰ ਦਾ ਹੀ ਅਵਤਾਰ ਮੰਨਦੇ ਆ। ਤੇ ਅਕਾਲ ਪੁਰਖ ਕੀ ਰੱਛਿਆ ਹਮਨੈ, ਸਰਬ ਲੋਹ ਕੀ ਸਦਾ ਰੱਛਿਆ ਹਮਨੈ। ਤਾਂ ਮਹਾਰਾਜ ਜੀ ਇਸ ਤਰ੍ਹਾਂ ਆਖਦੇ ਹਨ ਭਾਈ ਗੁਰੂ ਮਹਾਰਾਜ ਜੀ, ਭਾਈ ਝੂਠੀ ਗਵਾਹੀ ਨਾ ਦਿਓ ਤੇ ਰੋਮਾਂ ਦੀ ਬੇਅਦਬੀ ਨਾ ਕਰੋ। ਝੂਠੀ ਕਸਮ ਜਿਹੜੀ ਆ ਖਾਣ ਵਾਲਿਆਂ ਤੇ, ਕਸਮ ਖਾਣ ਵਾਲਿਆਂ ਤੇ ਕਦੇ ਇਤਬਾਰ ਨਾ ਕਰਨਾ। ਇਹ ਵੀ ਮਹਾਰਾਜ ਜੀ ਦੇ ਹੀ ਬਚਨ ਆ। ਬਹੁਤ ਸੁੰਦਰ ਬਚਨ ਆ। ਇਹ ਆਪਾਂ ਸਾਰੇ ਸੁਣਦੇ ਰਹਿੰਦੇ ਆ। ਤਾਂ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਭਾਈ, ਇਹ ਗੁਰੂ ਸਾਹਿਬ ਜੀ ਦੀ ਸਿੱਖਿਆ ਲਈਏ, ਵੀਰ ਰਸ ਲੈ ਕੇ ਆਈਏ ਆਪਦੇ ਵਿੱਚ ਤੇ ਮਹਾਰਾਜ ਜੀ ਦੀ ਬੰਦਗੀ ਕਰੀਏ। ਇਹੀ ਜਨਮ ਆ ਤੇ ਅੱਗੇ ਫਿਰ ਮੌਕਾ ਮਿਲੇ ਨਾ ਮਿਲੇ ਉਹ ਪ੍ਰਮਾਤਮਾ ਦੀ ਮਰਜ਼ੀ ਆ। ਸਤਿਗੁਰੂ ਮਹਾਰਾਜ ਰਹਿਮਤ ਕਰਨ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕਚੀਲ ਤਕ ਤਿਬਨ ਕਰਾਨ ਕੀ, ਪਾਪ ਹੀ ਪਰਪਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪ੍ਰਾਣ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ,
ਮੂਰਤੀ ਨਾ ਹੋਤੀ ਜੋ ਪੈ ਕਰਨਾ ਨਿਧਾਨ। ਕੀ ਇਹ ਮੰਦਿਰਾਂ ਦੇ ਟੱਲ ਨਹੀਂ ਸੀ ਖੜਕਣੇ, ਮੂਰਤੀਆਂ ਦੀ ਪੂਜਾ ਨਹੀਂ ਸੀ ਹੋਣੀ। ਇਹ ਹਿੰਦੂ ਗ੍ਰੰਥ ਜਿੰਨੇ ਵੀ ਪ੍ਰਾਤਨ ਗ੍ਰੰਥ ਆ, ਇਹਨਾਂ ਦਾ ਨਾਮ ਨਿਸ਼ਾਨ ਨਹੀਂ ਸੀ ਰਹਿਣਾ ਜੇ ਮਹਾਰਾਜ ਸਰਬੰਸ ਨਾ ਵਾਰਦੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਤੇ ਸਜਦਾ ਕਰਦੇ ਹਾਂ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।